मारू महला पहला। हुक्म भया रहना नहीं, तुर फाटे चीरै। एहो मन अवगण बाधिया, साहो देह शरीरै। पूरै गुर बखसाई है, सब गुण है फकीरै। क्यों रहिए उठ चलना, बोझ शब्द विचारा। जैस तू मिल है सो मिलै, तुर हुक्म अपारा। रहाओ ज्यो तू राख है त्यों रहा, जो देह सो खाओ। ज्यो तू चलाव है त्यों चला, मुख अमृत नाव। मेरे ठाकुर हाथ वड्याईया, मेल है मन चाओ। कीता क्या सा लाहीऐ, कर देखै सोई। जिन किया सो मन वसै, मैं अवर न कोई। सो साचा सालाहीऐ, साची पत होई। पंडित पढ़ न पहुँचाई, बहुआल जंजाला। पाप पुन दोए संग में, खुदया जम काला। विछोड़ा भव बीसरै, पूरा रखवाला। जिनकी लेखै पत पवै, से पूरे भाई। पूरे पूरी मत है, सच्ची वड्याई। देंदे टोट न आवई, लै लै थक पाई। खार समुद्र टंडोलीऐ, एक मणिया पावै। दोए दिन चार सुहावना, माटी तिस खावै। गुर सागर सत सेवियै, दे टोट न आवै। मेरे प्रभ भावन से ऊजले, सब मैल भरीजै। मैला ऊजल ता थीऐ, पारस संग भीजै। वन्नी साचे लाल की, कैन कीमत कीजै। भेखी हाथ न लभई, तीरथ नहीं दाने। पूछो वेद पढ़ंतिया, मुठी विण माने। नानक कीमत सो करे, पूरा गुर ज्ञाने। मारू महला पहला। मानमुख लहर घर ताज विगूचै, आवरा के घर हीरै। गृह धर्म गवाए, सतगुर ना भेटै। दुरमत घूमन घेरै, दिसंतर भवै पाठ पढ़ थाका। तृष्णा होए वधेरै, काची पिंडी शब्द न चीनै। उदर भरै जैसे ढूरै, बाबा ऐसी रवत रवै सन्यासी। गुर कै शब्द एक लिव लागी, तेरा नाम रते तृपतासी। रहाओ कोली गेरू रंग चढ़ाया, वस्त्र भेख भेखारी। कापड़ फार बनाई खिंथा, झोली माया धारी। घर घर मांगै जग प्रबुद्धै, मन अंधै पतहारी। भरम भुलाना शब्द न चीनै, जूऐ बाजी हारी। अंतर अगन न गुर बिन बूझै, बाहर पूअर तापै। गुर सेवा बिन भगत न होवी, क्यों कर चीनस आपै। निंदा कर कर नरक निवासी, अंतर आतस जापै। निंदा कर कर नरक निवासी, अंतर आतस जापै। ਸੋ ਇੱਥੇ ਇਹ ਪ੍ਰਾਤਨ ਪਾਠ ਸ਼ੁੱਧ ਹੈ। ਅੱਜ ਕੱਲ੍ਹ ਸਰੂਪਾਂ ਵਿੱਚ ਅੰਤਰ ਆਤਮ ਜਾਪੈ ਛਪਿਆ ਹੁੰਦਾ ਹੈ, ਆਤਮ ਤੱਤਾ ਮੰਮਾ। ਪਰ ਪ੍ਰਾਤਨ ਸਰੂਪ ਆਪਾਂ ਦਰਸ਼ਨ ਦੀਦਾਰ ਕਰੀਏ, ਦਮਦਮੀ ਸਰੂਪ, ਸੋ ਉੱਥੇ ਆਤਸ ਪਾਠ ਹੈ। ਅੰਤਰ ਆਤਸ ਜਾਪੈ, ਅੰਦਰ ਈਰਖਾ ਤ੍ਰਿਸ਼ਨਾ ਦੀ ਅੱਗ ਹੀ ਜਾਣੀ ਜਾਂਦੀ ਹੈ। ਸੋ ਨਿੰਦਾ ਕਰ ਕਰ ਨਰਕ ਨਿਵਾਸੀ, ਨਿੰਦਾ ਕਰ ਕਰਕੇ ਨਰਕਾਂ ਦੇ ਨਿਵਾਸੀ ਬਣਦੇ ਨੇ। ਈਰਖਾ ਬਖੀਲੀ ਨਿੰਦਾ ਚੁਗਲੀ ਦੀ ਅੱਗ ਜਿਹੜੀ ਹੈ ਉਹ ਅੰਦਰ ਜਾਣੀ ਜਾਂਦੀ ਹੈ। ਇਉਂ ਆਤਸ ਦਾ ਅਰਥ ਹੈ ਅੱਗ। ਇਉਂ ਇਹ ਆਤਸ ਪਾਠ ਮੁੱਖ ਤੌਰ 'ਤੇ ਸ਼ੁੱਧ ਜਾਣਨਾ, ਇਹ ਖਿਆਲ ਰੱਖਣਾ ਜੀ। ਆਤਮ ਪਾਠ ਵੀ ਕਈ ਪੁਰਾਤਨ ਬੀੜਾਂ ਵਿੱਚ ਮਿਲਦਾ ਹੈ, ਪਰ ਜੋ ਮੁੱਖ ਪਾਠ ਹੈ, ਜੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਦਸਖਤਾਂ ਵਾਲਾ ਸਰੂਪ ਤਖਤ ਸ੍ਰੀ ਪਟਨਾ ਸਾਹਿਬ ਜੀ, ਮੁੱਖ ਦਰਬਾਰ ਸੱਚਖੰਡ
ਪਟਨਾ ਸਾਹਿਬ ਜਨਮ ਸਥਾਨ ਵਿੱਚ ਹੈ। ਇੱਕ ਸਰੂਪ ਲਖਨਊ ਅਈਆਗੰਜ ਉਸ ਗੁਰਦੁਆਰੇ ਸਾਹਿਬ ਵਿੱਚ ਵੀ ਕਲਗੀਧਰ ਜੀ ਦੇ ਦਸਖਤਾਂ ਵਾਲਾ ਸਰੂਪ ਹੈ। ਦਾਸ ਨੇ ਉਹਨਾਂ ਦੋਵਾਂ ਸਰੂਪਾਂ ਦੇ ਵਿੱਚ ਆਤਿਸ਼ ਪਾਠ ਹੀ ਸੱਸੇ ਨਾਲ ਹੀ ਵੇਖਿਆ ਹੈ। ਬਾਬਾ ਦੀਪ ਸਿੰਘ ਜੀ ਵਾਲਾ ਸਰੂਪ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਬਿਰਾਜਮਾਨ ਹੈ, ਉਸ ਸਰੂਪ ਵਿੱਚ ਵੀ ਆਤਿਸ਼ ਪਾਠ ਹੈ। ਪਰ ਕਈ ਸਰੂਪ ਐਸੇ ਵੀ ਗੁਰੂ ਕਾਲ ਦੇ ਹਨ ਜਿਨ੍ਹਾਂ ਵਿੱਚ ਆਤਮ ਪਾਠ ਵੀ ਮਿਲਦਾ ਹੈ। ਜਿਵੇਂ ਡਰੌਲੀ ਵਾਲਾ ਜੋ ਸਰੂਪ ਭਾਈ ਨੰਦ ਚੰਦ ਦੀਵਾਨ ਲੈ ਗਿਆ ਸੀਗਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ, ਉਹ ਸਰੂਪ ਵਿੱਚ ਆਤਮ ਪਾਠ ਵੀ ਹੈ। ਅਰਥ ਕਰਨ ਵਾਲੇ ਗਿਆਨੀ ਸਿੰਘਾਂ ਨੇ ਦੋਵਾਂ ਦੇ ਅਰਥ ਬੜੇ ਸੁਚੱਜੇ ਢੰਗ ਨਾਲ ਕੀਤੇ ਹੋਏ ਹਨ, ਵੱਖੋ ਵੱਖ। ਆਤਿਸ਼ ਦਾ ਅਰਥ ਗਿਆਨੀ ਜੀ ਨੇ ਦੱਸ ਦਿੱਤਾ ਹੈ ਕਿ ਅਗਨੀ ਹੈ, ਅੱਗ ਹੈ। ਜਿਹੜੇ ਬੰਦੇ ਨਿੰਦਾ ਕਰਦੇ ਹਨ ਉਹਨਾਂ ਦੇ ਅੰਦਰ ਰਾਗ ਦਵੇਸ਼ ਦੀ ਅੱਗ ਜਿਹੜੀ ਹੈ ਉਹਨਾਂ ਦੇ ਹਿਰਦੇ ਨੂੰ ਸਾੜਦੀ ਰਹਿੰਦੀ ਹੈ। ਅੰਤਰ ਆਤਿਸ਼ ਜਾਪੈ। ਆਤਮ ਦਾ ਅਰਥ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਆਤਮ ਆ ਕਹੀਏ ਅਗਿਆਨਤਾ ਦਾ, ਗੂੜਾ ਤਮ ਕਹੀਏ ਹਨੇਰਾ। ਗੂੜਾ ਹਨੇਰਾ ਅੰਦਰ ਉਹਨਾਂ ਦੇ ਹੋ ਜਾਂਦਾ ਹੈ, ਭਾਵ ਅਗਿਆਨਤਾ ਛਾ ਜਾਂਦੀ ਹੈ। ਗਿਆਨੀ ਹਰਬੰਸ ਸਿੰਘ ਜੀ ਨਿਰਣੇਕਾਰ ਪਟਿਆਲੇ ਵਾਲਿਆਂ ਨੇ ਮਨ ਹੀ ਅਰਥ ਲਾ ਲਿਆ ਹੈ ਕਿ ਅੰਤਰ ਆਤਮ ਜਾਪੈ। ਉਹਨਾਂ ਦੇ ਨਿੰਦਾ ਕਰ ਕਰਕੇ ਨਰਕਾਂ ਨੂੰ ਜਾਂਦੇ ਹਨ, ਇਹ ਗੱਲ ਅੰਤਰ ਆਤਮਾ ਦੇ ਮਹਿਸੂਸ ਹੁੰਦੀ ਹੈ। ਸੋ ਗਿਆਨੀ ਸਿੰਘਾਂ ਨੇ ਅਰਥ ਆਪਣੇ ਆਪਣੇ ਢੰਗ ਨਾਲ ਵਧੀਆ ਕੀਤੇ ਹਨ। ਪਰ ਜੋ ਮੁੱਖ ਪਾਠ ਸੰਪਰਦਾਈ ਟਕਸਾਲ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਔਰ ਫਰੀਦਕੋਟੀ ਟੀਕਾ ਜੋ ਸੰਪਰਦਾਈ ਗਿਆਨੀ ਸਿੰਘਾਂ ਦਾ ਸਭ ਤੋਂ ਪਹਿਲਾ ਟੀਕਾ ਹੈ, ਉਹਦੇ 'ਚ ਆਤਿਸ਼ ਪਾਠ ਹੀ ਹੈ। ਪਰ ਇੱਥੇ ਕੋਈ ਝਗੜਾ ਨਹੀਂ, ਵਿਵਾਦ ਨਹੀਂ ਕਰਨਾ। ਕਈ ਸਰੂਪਾਂ 'ਚ ਆਤਮ ਛਪਿਆ ਹੁੰਦਾ ਹੈ। ਬਾਣੀ ਨੂੰ ਗਲਤ ਨਹੀਂ ਕਹਿਣਾ ਕਦੀ ਵੀ, ਇਹ ਗੱਲ ਦਾ ਖਿਆਲ ਰੱਖਣਾ ਹੈ ਵੀ ਗਲਤ ਲਿਖਿਆ ਹੈ ਇੱਦਾਂ ਕਹਿ ਕੇ ਨਿਰਾਦਰੀ ਨਹੀਂ ਕਰਨੀ, ਜਿੱਦ ਨਹੀਂ ਕਰਨੀ। ਜੋ ਵੀ ਪਾਠ ਲਿਖਿਆ ਹੋਵੇ ਉਹ ਪੜ੍ਹ ਲੈਣਾ ਹੈ, ਪਰ ਸ਼ੁੱਧ ਪਾਠ ਆਤਮ ਹੀ ਹੈ। ਇਹ ਖਿਆਲ ਆਤਿਸ਼ ਹੀ ਹੈ, ਇਹ ਆਪ ਜੀ ਨੇ ਨੋਟ ਰੱਖਣਾ ਜੀ। ਹਾਂਜੀ। ਨਿੰਦਾ ਕਰ ਕਰ ਨਰਕ ਨਿਵਾਸੀ, ਅੰਤਰ ਆਤਿਸ਼ ਜਾਪੈ। 68 ਤੀਰਥ ਭਰਮ ਵਿਗੂਚੈ ਹੈ, ਕਿਉ ਮਾਲ ਧੋਪੈ ਪਾਪੈ। ਛਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ। ਅੰਤਰ ਬਾਹਰ ਏਕ ਨਾ ਜਾਣੈ, ਸਾਚ ਕਹੇ ਤੇ ਛੋ ਹੈ। ਪਾਠ ਪੜੈ ਮੁਖ ਝੂਠੋ ਬੋਲੈ, ਨਿਗੁਰੇ ਕੀ ਮਤ ਓ ਹੈ। ਨਾਮ ਨ ਜਪਈ ਕਿਉ ਸੁਖ ਪਾਵੈ, ਬਿਨ ਨਾਵੈ ਕਿਉ ਸੋ ਹੈ। ਮੂੰਟ ਮੁਡਾਏ ਜਟਾ ਸਿਖ ਬਾਧੀ, ਮੋਨ ਰਹਿ ਅਭਿਮਾਨਾ। ਮੂੰਡ ਮੁਡਾਏ ਜਟਾ ਸੇਖ ਬਾਧੀ, ਮੋਨ ਰਹਿ ਅਭਿਮਾਨਾ। ਸਿੱਖ ਪਾਠ ਹੈ, ਇੱਥੇ ਸਿੱਖ ਨਹੀਂ ਕਰਨਾ। ਸਿੱਖ ਤੋਂ ਭਾਵ ਹੈ ਚੋਟੀ, ਬੋਧੀ। ਜੋ ਪੰਡਤ ਆਪਣੇ ਸਿਰ 'ਤੇ ਬੋਧੀ ਰੱਖਦੇ ਨੇ ਉਸ ਨੂੰ ਸਿੱਖ ਜਾਂ ਸਿਖਾ ਕਿਹਾ ਜਾਂਦਾ ਹੈ। ਸੋ ਇੱਥੇ ਸਿੱਖ ਪਾਠ ਨਹੀਂ ਕਰਨਾ, ਇਹ ਖਿਆਲ ਰੱਖਣਾ। ਮੂੰਡ ਮੁਡਾਏ ਜਟਾ ਸਿੱਖ ਬਾਧੀ। ਹਾਂਜੀ। ਮੂੰਡ ਮੁਡਾਏ ਜਟਾ ਸਿਖ ਬਾਧੀ, ਮੋਨ ਰਹਿ ਅਭਿਮਾਨਾ। ਮਨੁਆ ਡੋਲੇ ਦਹਿ ਦਿਸ ਧਾਵੈ, ਬਿਨ ਰਤ ਆਤਮ ਗਿਆਨਾ। ਅੰਮ੍ਰਿਤ ਛੋੜ ਮਹਾ ਬਿਖ ਪੀਵੈ, ਮਾਇਆ ਕਾ ਦੇਵਾਨਾ। ਕਿਰਤ ਨ ਮਿਟਾਈ ਹੁਕਮ ਨ ਬੂਝੈ, ਪਸੂਆ ਮਾਹਿ ਸਮਾਨਾ। ਹਾਥ ਕਮੰਡਲ ਕਾਪੜੀਆ, ਮਾਨ ਤ੍ਰਿਸ਼ਨਾ ਉਪਜੀ ਭਾਰੀ। ਇਸਤਰੀ ਤਾਜ ਕਰ ਕਾਮ ਵਿਆਪਿਆ, ਇਸਤਰੀ ਤਾਜ ਕਰ, ਇਸਤਰੀ ਤਾਜ ਕਰ ਕਾਮ ਵਿਆਪਿਆ। ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨ ਚੀਨੈ। ਹਾਂਜੀ, ਇੱਥੇ ਸਿੱਖ ਪਾਠ ਆਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ। ਸਿੱਖ ਕਰੇ ਕਰ ਸ਼ਬਦ ਨਾ ਚੀਨੈ। ਸੋ ਆਪਣਾ ਜੀਵਨ ਬਣਿਆ ਨਹੀਂ, ਆਪਣੇ ਸਿੱਖ ਚੇਲੇ ਬਥੇਰੇ ਬਣਾ ਲਏ। ਇਹੋ ਜਿਹੇ ਪਖੰਡੀ ਅੱਜ ਵੀ ਆਪਾਂ ਆਮ ਤੱਕਦੇ ਹਾਂ। ਉਹਨਾਂ ਦਾ ਨਿਸ਼ੇਧ ਸਤਿਗੁਰੂ ਮਹਾਰਾਜ ਇੱਥੇ ਕਰਦੇ ਨੇ।
ਹੱਥ ਵਿੱਚ ਕਰਮੰਡਲ ਵੀ ਪਕੜ ਲਿਆ, ਬਾਹਰੋਂ ਭੇਖ ਵੀ ਉਦਾਸੀਆਂ ਵਾਲੇ ਬਣਾ ਲਏ, ਆਪਣੇ ਘਰ-ਬਾਰ ਨੂੰ, ਆਪਣੀ ਇਸਤਰੀ ਨੂੰ, ਆਪਣੇ ਗ੍ਰਸਥ ਜੀਵਨ ਨੂੰ ਤਿਆਗ ਦਿੱਤਾ ਤੇ ਪਰ ਇਸਤਰੀਆਂ ਦੇ ਸਰੂਪ ਵਿੱਚ ਆਪਣੀ ਚਿੱਤ ਨੂੰ ਲਗਾ ਲਿਆ। ਫਿਰ ਅਨੇਕਾਂ ਆਪਣੇ ਸਿੱਖ, ਆਪਣੇ ਚੇਲੇ ਅਨੇਕ ਪ੍ਰਕਾਰ ਦੇ ਬਣਾ ਲਏ। ਸੋ ਇਹੋ ਜਿਹੀ ਹਾਲਤ ਹੁੰਦੀ ਹੈ ਤੇ ਇਉਂ ਲਪਟਾਏ ਰਹਿੰਦੇ ਨੇ ਵਿਸ਼ਿਆਂ ਵਿਕਾਰਾਂ ਦੇ ਵਿੱਚ। ਇਹੋ ਜਿਹੇ ਪਖੰਡੀਆਂ ਦਾ ਸਤਿਗੁਰੂ ਜੀ ਇੱਥੇ ਖੰਡਨ ਕਰ ਰਹੇ ਨੇ। ਇੱਥੇ ਪਾਠ ਸਿੱਖ ਆਵੇਗਾ, ਇੱਥੇ ਸਿੱਖ ਪੋਲਾ ਨਹੀਂ ਕਰਨਾ। ਜਿੱਥੇ ਉੱਪਰ ਦੱਸਿਆ ਸੀ ਮੂੰਡ ਮਡਾਏ ਜਟਾ ਸਿੱਖ ਬਾਂਧੀ, ਉੱਥੇ ਸਿੱਖ ਪਾਠ ਪੋਲਾ ਹੈ, ਚੋਟੀ ਤੋਂ ਬੋਦੀ ਤੋਂ ਭਾਵ ਹੈ। ਇੱਥੇ ਸਿੱਖ ਚੇਲਿਆਂ ਤੋਂ ਭਾਵ ਹੈ, ਇਸ ਲਈ ਸਿੱਖ ਕਰੇ ਕਰ ਸ਼ਬਦ ਨਾ ਚੀਨੈ। ਸਾਧ ਸੰਗਤ ਜੀ, ਇੱਥੇ ਇੱਕ ਮੈਂ ਬੇਨਤੀ ਕਰਾਂ, ਇਹ ਜਿਹੜੇ ਪਾਠਾਂ ਦੇ ਭੇਦ ਹਨ ਔਰ ਅਰਥ ਹਨ, ਇਹ ਸੰਥਿਆ ਕੀਤਿਆਂ ਹੀ ਪਤਾ ਲੱਗਦੇ ਨੇ। ਪਿਛਲੇ ਦਿਨੀ ਇੱਕ ਗੁਰਮੁਖ ਪਿਆਰੇ ਵੱਲੋਂ ਇੱਕ ਪਰਚੀ ਆਈ ਸੀ ਕਿ ਅਚਰਜ ਪਾਠ ਬਾਰੇ ਪਤਾ ਨਹੀਂ ਲੱਗਾ ਕਿ ਅਚਰਜ ਕਿੱਥੇ ਬੋਲਣਾ ਤੇ ਅਚਰਜ ਕਿੱਥੇ ਬੋਲਣਾ, ਇਹ ਕਿਵੇਂ ਪਛਾਣਿਆ ਜਾਵੇ। ਬੇਨਤੀ ਹੈ, ਪਛਾਣ ਇਉਂ ਆਪਣੀ ਸਮਝ ਨਾਲ ਨਹੀਂ ਹੋਣੀ, ਪਛਾਣ ਵਿਦਵਾਨ ਜਨਾਂ ਗੁਰਮੁਖਾਂ ਪਿਆਰਿਆਂ ਤੋਂ ਸੰਥਿਆ ਕਰਨ ਦੇ ਨਾਲ ਹੀ ਹੋਣੀ ਹੈ। ਚਾਲ ਮੁਤਾਬਕ ਅਚਰਜ ਪਾਠ ਕਿਤੇ ਕਿਤੇ ਆਉਂਦਾ ਹੈ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਸਾ ਰਾਗ ਵਿੱਚ ਦੇਖ ਅਚਰਜ ਰਹੇ ਬਿਸਮਾਦ, ਬਿਲਾਵਲ ਰਾਗ ਵਿੱਚ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ, ਉੱਥੇ ਅਚਰਜ ਪਾਠ ਆਵੇਗਾ। ਸ਼ਬਦ ਜੋੜ ਉਹੀ ਹੈ, ਸਪੈਲਿੰਗ ਉਹੀ ਹਨ, ਚਾਲ ਮੁਤਾਬਕ ਪਾਠ ਇੱਥੇ ਆਉਂਦੇ ਨੇ। ਇਸੇ ਤਰ੍ਹਾਂ ਗੁਰਬਾਣੀ ਵਿੱਚ ਕਿਤੇ ਮਹਿਲ ਉਚਾਰਨ ਆਉਣਾ, ਕਿਤੇ ਮਹੱਲ ਆਉਣਾ ਹੈ। ਉਚਾਰਨ ਵੱਖਰਾ ਵੱਖਰਾ ਹੋਣਾ, ਸ਼ਬਦ ਜੋੜ ਉਹੀ ਹੈ, ਮੰਮਾ ਹਾਹਾ ਲੱਲੇ ਔਂਕੜ, ਕਿਤੇ ਮਹਿਲ ਪੜਿਆ ਜਾਵੇਗਾ, ਕਿਤੇ ਮਹੱਲ ਪੜਿਆ ਜਾਵੇਗਾ। ਹੋਰ ਵੀ ਅਨੇਕਾਂ ਸ਼ਬਦ ਗੁਰਬਾਣੀ ਵਿੱਚ ਐਸੇ ਨੇ ਤੇ ਇੱਥੇ ਵੀ ਇਹ ਸਿੱਖ ਅਤੇ ਸਿੱਖ, ਸਪੈਲਿੰਗ ਤਾਂ ਉਹੀ ਨੇ, ਅਰਥ ਜੋੜ ਤਾਂ ਉਹੀ ਹੈ, ਲਗਾ ਮਾਤਰਾ ਵੀ ਉਹੀ ਨੇ, ਪਰ ਅਰਥ ਦੇ ਹਿਸਾਬ ਨਾਲ ਉਚਾਰਨ ਹੋਵੇਗਾ। ਇਹ ਜਿੰਨੇ ਭੇਦ ਹਨ ਇਹ ਸੰਥਿਆ ਕੀਤਿਆਂ ਹੀ ਪਤਾ ਲੱਗਦੇ ਨੇ। ਜੇ ਆਪਣੇ ਤੌਰ 'ਤੇ ਵਿਚਾਰਨਾ ਚਾਹੀਏ, ਜਿੱਥੇ ਅਰਥ ਦੀ ਵਿਚਾਰ ਹੋਵੇ ਉੱਥੇ ਤਾਂ ਆਪਾਂ ਵਿਚਾਰ ਲਵਾਂਗੇ ਕਿ ਇੱਥੇ ਕਿਵੇਂ ਪਾਠ ਹੈ, ਪਰ ਜਿੱਥੇ ਚਾਲ ਮੁਤਾਬਕ ਹਨ ਉੱਥੇ ਸੰਥਿਆ ਕੀਤਿਆਂ ਹੀ ਪਤਾ ਲੱਗਣਗੇ। ਹੋਰ ਕਿਸੇ ਆਪਣੇ ਤਰੀਕੇ ਨਾਲ ਪਤਾ ਨਹੀਂ ਲਗਾਇਆ ਜਾ ਸਕਦਾ। ਗੁਰਬਾਣੀ ਐਸੀ ਸਤਿਗੁਰਾਂ ਨੇ ਅਗਾਧ ਬੋਧ ਉਚਾਰਨ ਕੀਤੀ ਹੈ। ਸੋ ਫੇਰ ਬੇਨਤੀ ਕਰਾਂ, ਜੋ ਉੱਪਰ ਪਾਠ ਆਇਆ ਸੀ ਮੂੰਡ ਮਡਾਏ ਜਟਾ ਸਿੱਖ ਬਾਧੀ, ਇੱਥੇ ਸਿੱਖ ਪੋਲਾ ਹੈ ਤੇ ਇੱਥੇ ਸਿੱਖ ਕਰੇ ਕਰ ਸ਼ਬਦ ਨਾ ਚੀਨੈ, ਇੱਥੇ ਸਿੱਖ ਪਾਠ ਕਰਨਾ ਜੋ ਚੇਲਿਆਂ ਤੋਂ ਭਾਵ ਹੈ ਜੀ। ਹਾਂਜੀ, ਸਿੱਖ ਕਰੇ ਕਰ ਸ਼ਬਦ ਨਾ ਚੀਨੈ, ਲੰਪਟ ਹੈ ਬਾਜਾਰੀ, ਅੰਤਰ ਬਿਖ ਬਾਹਰ ਨਿਭ੍ਰਾਂਤੀ, ਤਾ ਜਮ ਕਰੇ ਖੁਆਰੀ। ਸੋ ਸੰਨਿਆਸੀ ਜੋ ਸਤਿਗੁਰ ਸੇਵੈ, ਵਿਚਹੁ ਆਪ ਗਵਾਏ, ਛਾਦਨ ਭੋਜਨ ਕੀ ਆਸ ਨ ਕਰਈ, ਅਚਿੰਤ ਮਿਲੈ ਸੋ ਪਾਏ। ਬਕੈ ਨ ਬੂਲੈ ਖਿਮਾ ਧਨ ਸੰਗ੍ਰਹਿ, ਤਾਮਸ ਨਾਮ ਜਲਾਏ। ਬਕੈ ਨ ਬੂਲੈ ਖਿਮਾ ਧਨ ਸੰਗ੍ਰਹਿ, ਤਾਮਸ ਨਾਮ ਜਲਾਏ। ਬਕੈ ਨ ਬੋਲੈ ਖਿਮਾ ਧਨ ਸੰਗ੍ਰਹਿ, ਤਾਮਸ ਨਾਮ ਜਲਾਏ। ਤਨ ਗਿਰਹੀ ਸੰਨਿਆਸੀ ਜੋਗੀ, ਜੇ ਹਰ ਚਰਣੀ ਚਿਤ ਲਾਏ। ਆਸ ਨਿਰਾਸ ਰਹਿ ਸੰਨਿਆਸੀ, ਏਕਸ ਸਿਉ ਲਿਵ ਲਾਏ। ਹਰ ਰਸ ਪੀਵੈ ਤਾਂ ਸਾਤ ਆਵੈ, ਨਿਜ ਘਰ ਤਾੜੀ ਲਾਏ। ਮਨੁਆ ਨਾ ਡੋਲੈ ਗੁਰਮੁਖ ਬੂਝੈ, ਧਾਵਤ ਵਰਜ ਰਹਾਏ। ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ। ਬ੍ਰਹਮਾ ਬਿਸ਼ਨ ਮਹੇਸ਼ ਸਰੇਸ਼ਟ, ਨਾਮ ਰਤੇ ਵਿਚਾਰੀ। ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ। ਸਭ ਸੁਖ ਮੁਕਤ ਨਾਮ ਧੁਨ ਬਾਣੀ, ਸਚ ਨਾਮ ਔਰ ਧਾਰੀ। ਨਾਮ ਬਿਨਾ ਨਹੀਂ ਛੂਟਸ ਨਾਨਕ, ਸਾਚੀ ਤਾਰ ਤੂ ਤਾਰੀ।